माता जी साडे नाल मौजूद है जिहड़े ये गल्लां कह रहे हैं भी उन्हां दे परिवार दे विच उन्हां दी ही नूंह दा धर्म परिवर्तन कराया गया। मेरी नूंह जांदी सी उत्थे पार्लर ते ਉਹਨੇ ਉਹਨੂੰ ਚਰਚ ਬਾਰੇ ਦੱਸਿਆ। ਨਰਕੇ 'ਚ ਨਹੀਂ ਬੰਦਾ ਜਾਂਦਾ, ਸਵਰਗ 'ਚ ਜਾਂਦਾ ਸਿੱਧਾ ਹੋਰ ਥਾਂ ਤੇ ਕੋਈ ਇੱਥੇ ਵੀ ਰੱਬ ਹੈ ਨਹੀਂ, ਰੱਬ ਚਰਚ 'ਚ ਹੀ ਆ। ਤਰ੍ਹਾਂ ਦੇ ਭੜਕਾਵੇ ਦੇ ਵਿੱਚ ਉਹਨੇ ਭੜਕਾਤਾ ਮੇਰੀ ਨੂੰਹ ਨੂੰ ਤੇ ਉਸ ਮੇਰੀ ਨੂੰਹ ਨੇ ਬਾਅਦ 'ਚੋਂ ਮੈਨੂੰ ਬਹੁਤ ਉਹਨੇ ਮਜਬੂਰ ਕਰਤਾ। ਫਿਰ ਮੇਰੇ ਬੇਟੇ ਨੂੰ ਬਹੁਤ ਮਜਬੂਰ ਕਰਤਾ। ਫਿਰ ਮੇਰੇ ਬੇਟੇ ਦੇ ਵਾਲ ਕਟਵਾਤੇ ਮੇਰੀ ਨੂੰਹ ਨੇ, ਫਿਰ ਮੇਰੇ ਪੋਤਿਆਂ ਦੇ ਵਾਲ ਕਟਵਾਤੇ। ਜਦੋਂ ਸਾਲ ਕੁ ਹੋ ਗਿਆ ਸਾਨੂੰ ਜਾਂਦਿਆਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਚਰਚ ਵਾਲਿਆਂ ਨੂੰ ਇਹ ਪੈਸੇ ਵਾਲੇ ਬੰਦੇ ਹੈਗੇ ਆ, ਇਹਨਾਂ ਨੂੰ ਲੁੱਟ ਕੇ ਖਾਈਏ। ਵਾਲੀਆਂ ਸੀਗੀਆਂ, ਵਾਲੀਆਂ ਸੁਨਿਆਰੇ ਨੂੰ ਵੇਚ ਕੇ ਤੇ ਉਹ ਵਿਕੀਆਂ 14,000 ਰੁਪਏ ਦੀਆਂ। 14,000 ਦੀ ਵਿਕੀਆਂ, ਕੁਛ ਪੈਸੇ ਕੋਲੋਂ ਪਾਏ ਤਾਂ ਵੀ ਇਹਨਾਂ ਨੇ 25,000 ਦੀ ਡਿਮਾਂਡ ਕੀਤੀ ਸੀਗੀ ਵੀ 25,000 ਸਾਨੂੰ ਚਾਹੀਦਾ ਸੇਵਾ ਦੇ ਰੂਪ ਦੇ ਵਿੱਚ। ਕਿਤੇ ਭਾਬੀ ਸਾਡੀ ਕਹਿੰਦੀ ਤੱਕ ਤੁਸੀਂ ਦੇਣਾ ਜਿੱਦਾਂ ਮਰਜ਼ੀ ਦੇਣਾ। ਫਿਰ ਵੀ ਇਕੱਠਾ ਹੋ ਕੇ ਸਿਰਫ 23,000 ਰੁਪਏ ਇਹਨਾਂ ਕੋਲ ਇਕੱਠਾ ਹੋਇਆ ਤੇ 23,000 ਇਹਨਾਂ ਨੇ ਦਿੱਤਾ। ਤੇ ਇੱਕ ਵਾਰੀ ਉਹ ਗੱਡੀ ਲਈ ਪਾਸਟਰ ਨੇ, ਫਿਰ ਮੇਰੇ ਤੋਂ 10,000 ਰੁਪਇਆ ਉਹਨਾਂ ਨੇ ਮੇਰੇ ਤੋਂ ਮੇਰੀ ਨੂੰਹ ਨੇ ਲਿਆ ਉੱਥੇ ਦੇਣ ਨੂੰ। ਉੱਥੇ ਰਾਹੁਲ ਪਾਸਟਰ ਇੱਕ ਤੇ ਉਹਨਾਂ ਦੇ ਮਾਤਾ ਜੀ, ਉਹਨਾਂ ਨੇ ਇੰਨਾ ਕੁ ਗੁੰਮਰਾਹ ਕੀਤਾ ਕਿ ਮਤਲਬ ਕਿ ਹੁਣ ਕਹਿੰਦੇ ਜੇ ਤੁਹਾਨੂੰ ਧਰਮ ਵਾਲੇ ਰੋਕਦੇ ਨੇ ਮੰਮੀ ਡੈਡੀ, ਠੀਕ ਹੈ ਨਾ, ਪਰਿਵਾਰ ਵਾਲੇ, ਤੇ ਉਹਨਾਂ ਨੇ ਇੱਕ ਝੂਠੀ ਉਹ ਬਣਾਈ ਦਰਖਾਸਤ ਦਿੱਤੀ ਕਿ ਮੈਨੂੰ ਮੇਰਾ ਸਹੁਰਾ ਤੇ ਮੇਰਾ ਦਿਓਰ ਨੇ ਮੈਨੂੰ ਕੁੱਟਿਆ ਮਾਰਿਆ ਵਾ। ਕਹਿ ਰਹੇ ਹੋ ਵੀ ਤੁਹਾਡੇ ਬੇਟੇ ਦੇ ਜਿਹੜੇ ਆ ਵਾਲ ਕਟਾ ਦਿੱਤੇ ਜਾਂਦੇ, ਤੁਹਾਡੇ ਪੋਤਿਆਂ ਦੇ ਵਾਲ ਕਟਾ ਦਿੱਤੇ ਜਾਂਦੇ ਆ, ਪਰ ਇੱਥੇ ਗਲਤੀ ਆਪਣੀ ਨਹੀਂ ਲੱਗਦੀ। ਅਸੀਂ ਵੀ ਬਹੁਤ ਵਾਰ ਸਮਝਾਇਆ, ਭਰਾ ਸਾਡਾ ਹੈਗਾ ਥੋੜ੍ਹਾ ਸ਼ਰੀਫ, ਠੀਕ ਹੈ, ਤੇ ਭਾਬੀ ਹੈਗੀ ਥੋੜ੍ਹੀ ਜਿਹੀ ਤੇਜ਼। ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਇਹਨੇ ਵਾਲ ਕਦੋਂ ਕਟਾਏ ਕਦੋਂ ਨਹੀਂ ਕਟਾਏ। ਤੇ ਜਦੋਂ ਇਹਨੇ ਆਪਣੇ ਆਪ ਹੀ ਨਾ ਫੇਸਬੁੱਕ 'ਤੇ ਫੋਟੋ ਪਾਤੀ ਤੇ ਫਿਰ ਜਦੋਂ ਰਿਸ਼ਤੇਦਾਰਾਂ ਦੇ ਮੈਨੂੰ ਫੋਨ ਆਉਣ ਲੱਗੇ, ਮੈਨੂੰ ਫਿਰ ਪਤਾ ਲੱਗਿਆ। ਫਿਰ ਅਸੀਂ ਇਹਨੂੰ ਬਹੁਤ ਬੋਲੇ, ਮੇਰੇ ਘਰ ਦੇ ਬੋਲੇ ਵੀ ਤੂੰ ਆਹ ਕੀ ਕੀਤਾ, ਵੀ ਹੁਣ ਇਹਨੂੰ ਵਾਲ ਰੱਖ। ਪਰ ਉਹ ਮੇਰੀ ਜਿਹੜੀ ਨੂੰਹ ਆ ਬਹੁਤ ਜਿੱਦੀ ਹੈ, ਇੰਨੀ ਜਿੱਦੀ ਹੈ ਕਿ ਹੱਦ ਤੋਂ ਵੱਧ ਜਿੱਦੀ ਹੈ ਕਿ ਕਿਸੇ ਦੀ ਉਹ ਗੱਲ ਮੰਨਦੀ ਨਹੀਂ ਹੈਗੀ। ਫਿਰ ਉਹਨਾਂ ਨੇ ਧਮਕੀ ਮੇਰੀ ਨੂੰਹ ਨੇ ਦਿੱਤੀ ਵੀ ਜੇ ਨਹੀਂ ਦਿਓਗੇ ਪੈਸੇ ਤਾਂ ਤੁਹਾਨੂੰ ਮਾਰ ਦੇਣਗੇ। ਘਰ 'ਚ ਪਾਠ ਪੂਜਾ ਵੀ ਹੁੰਦੀ ਹੈ, ਕਦੇ ਤੁਸੀਂ ਪਾਠ ਪੂਜਾ ਕਰਾਈ ਹੋਵੇ, ਕੀਰਤਨ ਕਰਾਇਆ ਹੋਵੇ, ਤਾਂ ਉਸ ਸਮੇਂ ਇਹ ਜਿਹੜੇ ਨੇ ਪਾਠ ਲੈਂਦੇ ਸੀ, ਆਉਂਦੇ ਸੀ ਕਿ ਨਹੀਂ ਆਉਂਦੇ? ਆਦ ਵੀ ਨਹੀਂ ਲੈਣਾ, ਲੰਗਰ ਵੀ ਨਹੀਂ ਖਾਣਾ, ਵੀ ਕਿਸੇ ਦੇ ਆਪਾਂ ਰਿਸ਼ਤੇਦਾਰੀ 'ਚ ਕਿਸੇ ਨੇ ਖੰਡ ਪਾਠ ਰਖਾਣਾ ਉੱਥੇ ਵੀ ਨਹੀਂ ਜਾਣਾ ਹੈਗਾ। ਪਹਿਲਾਂ ਵੀ ਝੁਕਾਵ ਇਸ ਤਰਫ ਸੀਗਾ ਕਿ ਨਹੀਂ ਸੀਗਾ? ਉਸ ਤੋਂ ਪਹਿਲਾਂ ਤਾਂ ਇੰਨਾ ਪਾਠ ਕਰਦੀ ਸੀ, ਸਵੇਰੇ 3:45 ਵਜੇ ਉੱਠ ਕੇ ਪਾਠ ਕਰਦੀ ਸੀਗੀ। ਸੁਖਮਨੀ ਸਾਹਿਬ ਦਾ ਰੋਜ਼ ਡੇਲੀ ਸਿਰ ਨਹਾ ਕੇ ਪਾਠ ਕਰਦੀ ਸੀਗੀ। ਜਿਹੜੇ ਵੀ ਹਿੰਦੂ ਜਾਂ ਧਰਮ ਆ ਜਾਂ ਸਿੱਖ ਧਰਮ ਆ, ਉਹਨਾਂ ਨੂੰ ਇਹ ਸ਼ੈਤਾਨ ਦੱਸਦੇ ਨੇ ਤੇ ਇਹ ਉੱਥੇ ਆਪਣੇ ਉਹਨਾਂ ਨੂੰ ਸਹੀ ਬੋਲਦੇ ਨੇ। ਕਹਿੰਦਾ ਜਾਂਦਾ ਵੀ ਤੁਸੀਂ ਸਾਰੇ ਨਰਕੇ 'ਚ ਜਾਓਗੇ। ਮੁੱਤੇ ਕਹਿ ਸੀ ਵੀ ਨਰਕ 'ਚ ਬੰਦਾ ਜਾਂਦਾ ਹੈ, ਸਵਰਗ 'ਚ ਤਾਂ ਬੰਦਾ ਜਾਂਦਾ ਹੀ ਨਹੀਂ ਹੈਗਾ। ਮੇਰੀ ਨੂੰਹ 3 ਦਿਨ ਬਾਹਰ ਘਰੋਂ ਰਹਿ ਕੇ ਆ ਜਾਵੇ ਤੇ ਉਹਦਾ ਤੁਸੀਂ ਹਿਸਾਬ ਲਾ ਲਓ ਵੀ ਕੀ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਇਸ ਸਮੇਂ ਗੱਲ ਕਰਦੇ ਹਾਂ ਤਾਂ ਜ਼ਰੂਰ ਇੱਕ ਮੁੱਦਾ ਪੂਰੇ ਪੰਜਾਬ ਦੇ ਵਿੱਚ ਭਖਿਆ ਹੋਇਆ ਧਰਮ ਪਰਿਵਰਤਨ ਦਾ। ਤਾਂ ਇਸ ਨੂੰ ਲੈ ਕੇ ਹੀ ਇੱਕ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਜਿਹੜੇ ਇਹ ਗੱਲਾਂ ਕਹਿ ਰਹੇ ਆ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਹੀ ਨੂੰਹ ਦਾ ਧਰਮ ਪਰਿਵਰਤਨ ਕਰਾਇਆ ਗਿਆ। ਹੁਣ ਧਰਮ ਪਰਿਵਰਤਨ ਕਿਸ ਦੇ ਵਿੱਚ ਕਰਾਇਆ ਗਿਆ ਉਸ ਦੇ ਵਿੱਚ ਦੱਸਣ ਦੀ ਲੋੜ ਨਹੀਂ। ਹੁਣ ਅਗਲੀ ਗੱਲ ਇਹਨਾਂ ਨਾਲ ਹੀ ਗੱਲਬਾਤ ਕਰ ਲੈਂਦੇ ਹਾਂ, ਪੁੱਛ ਲੈਂਦੇ ਹਾਂ ਵੀ ਕਿਹੜੇ ਧਰਮ ਤੋਂ ਕਿਹੜੇ ਧਰਮ ਦੇ ਵਿੱਚ ਪਰਿਵਰਤਨ ਕਰਾਇਆ ਗਿਆ। ਮਾਤਾ ਜੀ ਜਾਣਕਾਰੀ ਦਿਓਗੇ ਵੀ ਅਸਲ ਦੇ ਵਿੱਚ ਹੋਇਆ ਕੀ ਸੀ? ਤੁਸੀਂ ਕਹਿ ਰਹੇ ਹੋ ਧਰਮ ਪਰਿਵਰਤਨ ਕਰਾਇਆ ਜਾਂਦਾ, ਤੁਸੀਂ ਕਿਸ ਧਰਮ ਤੋਂ ਬਿਲੋਂਗ ਕਰਦੇ ਹੋ ਅਤੇ ਕਿਸ ਧਰਮ ਦੇ ਵਿੱਚ ਤੁਹਾਡਾ ਜਿਹੜੇ ਆ ਨੂੰਹ ਦਾ ਧਰਮ ਪਰਿਵਰਤਨ? ਅਸੀਂ ਸ਼ੁਰੂ ਤੋਂ ਗੁਰਦੁਆਰੇ ਵਿੱਚ ਹੀ ਆਉਂਦੇ ਹਾਂ, ਸਿੱਖੀ 'ਚ ਹਾਂ। ਮੇਰਾ ਸਹੁਰਾ ਪਰਿਵਾਰ, ਮੇਰਾ ਪੇਕਾ ਪਰਿਵਾਰ, ਅਸੀਂ ਸਿੱਖੀ 'ਚ ਹਾਂ। ਤੇ ਸਾਡੀ ਗਲੀ ਦੇ ਵਿੱਚ ਇੱਕ ਪਾਰਲਰ ਵਾਲੀ ਸੋਨੀਆ, ਮੇਰੀ ਨੂੰਹ ਜਾਂਦੀ ਸੀ ਉੱਥੇ ਪਾਰਲਰ ਤੇ ਉਹਨੇ ਉਹਨੂੰ ਜਾਣੀ ਕਿ ਆਹ ਚਰਚ ਬਾਰੇ ਦੱਸਿਆ ਵੀ ਆ ਇੱਦਾਂ ਵੀ ਜਿੱਦਾਂ ਵੀ ਨਰਕੇ 'ਚ ਨਹੀਂ ਬੰਦਾ ਜਾਂਦਾ, ਸਵਰਗ 'ਚ ਜਾਂਦਾ ਸਿੱਧਾ ਹੋਰ ਥਾਂ ਤੇ ਕੋਈ ਇੱਥੇ ਵੀ ਰੱਬ ਹੈ ਨਹੀਂ, ਰੱਬ ਚਰਚ 'ਚ ਹੀ ਆ, ਵੀ ਤੁਸੀਂ ਸਾਰਾ ਪਾਸੇ ਛੱਡ ਕੇ ਸਿਰਫ ਚਰਚ 'ਚ ਹੀ ਆਵੋ, ਹੋਰ ਕਿਤੇ ਵੀ ਨਾ ਜਾਵੋ, ਕਿਤੇ ਪ੍ਰਸ਼ਾਦ ਨਾ ਖਾਓ, ਕਿਤੇ ਲੰਗਰ ਨਾ ਖਾਓ, ਕਿਸੇ ਦੇ ਵਿਆਹ ਸ਼ਾਦੀ 'ਚ ਨਾ ਜਾਓ,
ਕੁਛ ਨਾ ਕਰੋ, ਸਿਰਫ ਤੁਸੀਂ ਚਰਚ ਜਾਓ, ਤੁਹਾਨੂੰ ਉੱਥੇ ਹੀ ਆਨੰਦ ਆਉਣਾ ਆ, ਤੁਹਾਨੂੰ ਉੱਥੇ ਹੀ ਸਭ ਕੁਝ ਮਿਲਣਾ ਆ। ਤੇ ਵੀ ਇਸ ਤਰ੍ਹਾਂ ਦੇ ਭੜਕਾਵੇ ਦੇ ਵਿੱਚ ਉਹਨੇ ਸਾਨੂੰ ਭੜਕਾਤਾ ਮੇਰੀ ਨੂੰਹ ਨੂੰ। ਤੇ ਉਸ ਮੇਰੀ ਨੂੰਹ ਨੇ ਬਾਅਦ ਚੋਂ ਮੈਨੂੰ ਬਹੁਤ ਉਹਨੇ ਮਜਬੂਰ ਕਰਤਾ। ਫਿਰ ਮੇਰੇ ਬੇਟੇ ਨੂੰ ਬਹੁਤ ਮਜਬੂਰ ਕਰਤਾ। ਫਿਰ ਮੇਰੇ ਬੇਟੇ ਦੇ ਵਾਲ ਕਟਵਾਤੇ ਮੇਰੀ ਨੂੰਹ ਨੇ, ਫਿਰ ਮੇਰੇ ਪੋਤਿਆਂ ਦੇ ਵਾਲ ਕਟਵਾਤੇ ਮੇਰੀ ਨੂੰਹ ਨੇ। ਤੇ ਫਿਰ ਉਹ ਉੱਥੇ ਜਦੋਂ ਸਾਲ ਕੁ ਹੋ ਗਿਆ ਸਾਨੂੰ ਜਾਂਦਿਆਂ ਨੂੰ, ਉਹਨਾਂ ਨੂੰ ਪਤਾ ਲੱਗ ਗਿਆ ਚਰਚ ਵਾਲਿਆਂ ਨੂੰ ਇਹ ਪੈਸੇ ਵਾਲੇ ਬੰਦੇ ਹੈਗੇ ਆ, ਇਹਨਾਂ ਨੂੰ ਲੁੱਟ ਕੇ ਖਾਈਏ ਚੰਗੀ ਤਰ੍ਹਾਂ। ਉਹਨਾਂ ਨੇ ਸਾਡੇ ਤੇ ਕੱਲਿਆਂ ਤੇ ਨਾ ਪੈਸੇ ਜੜਤੇ। ਇੱਕ ਵਾਰੀ ਮੇਰੇ ਤੇ 50,000 ਜੜਤਾ, ਮੈਂ ਦਿੰਦੀ ਨਹੀਂ ਸੀ। ਮੇਰੀ ਨੂੰਹ ਨੇ ਬਹੁਤ ਮਜਬੂਰ ਕਰਕੇ ਮੇਰੇ ਤੋਂ ਪੈਸੇ ਲੈ। ਮੇਰੇ ਕੋਲ ਐਸੇ 50,000 ਪੂਰਾ ਹੈ ਵੀ ਨਹੀਂ ਸੀਗਾ ਘਰ ਦੇ ਵਿੱਚ। ਮੈਂ ਆਪਣੀ ਭੈਣ ਤੋਂ ਕਣਕ ਲਈ ਉਧਾਰੀ, ਆਪਣੇ ਬੇਟੇ ਤੋਂ ਮੈਂ ਪੈਸੇ ਲਿੱਤੇ। ਮੈਂ ਉੱਥੇ 50,000 ਰੁਪਇਆ ਮੈਂ ਭਰਿਆ ਇਸ ਤਰ੍ਹਾਂ ਕਰਕੇ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੋਠੀ ਤੇ ਪੈਸਾ ਲਾਇਆ ਸੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਪੱਥਰ ਪਾਇਆ ਤੇ ਫਿਰ 50,000 ਰੁਪਇਆ ਲਾ ਦਿੱਤਾ। ਫਿਰ ਮੇਰੇ ਕੋਲ ਪੈਸੇ ਹੈ ਨਹੀਂ ਸੀ। ਫਿਰ ਮੇਰੀ ਨੂੰਹ ਨੇ ਮੇਰੇ ਤੋਂ ਵਾਲੀਆਂ ਵਿਖਵਾ ਕੇ ਮੇਰੇ ਤੋਂ ਉੱਥੇ ਪੈਸੇ ਭਰਵਾਏ। ਤੇ ਇੱਕ ਵਾਰੀ ਉਹ ਗੱਡੀ ਲਈ ਪਾਸਟਰ ਨੇ, ਫਿਰ ਮੇਰੇ ਤੋਂ 10,000 ਰੁਪਇਆ ਉਹਨਾਂ ਨੇ ਮੇਰੀ ਨੂੰਹ ਨੇ ਲਿਆ ਉੱਥੇ ਦੇਣ ਨੂੰ। ਫਿਰ ਮੇਰੇ ਬੇਟੇ ਦਾ ਕੜਾ ਪਿਆ ਸੀਗਾ ਮੇਰੇ ਕੋਲ, ਮੇਰੇ ਪੋਤੇ ਦੀਆਂ ਵਾਲੀਆਂ, ਮੇਰੇ ਪੋਤੇ ਦੀਆਂ ਮੁੰਦੀਆਂ ਪਈਆਂ ਸੀਗੀਆਂ ਅੱਧੇ ਤੋਲੇ ਦੀਆਂ, ਵੀ ਵੱਡੇ ਹੋ ਕੇ ਇਹ ਪਾਣਗੇ। ਉਹ ਵੀ ਮੇਰੀ ਨੂੰਹ ਨੇ ਮੇਰੇ ਤੋਂ ਧੱਕੇ ਨਾਲ ਮੇਰੀ ਅਲਮਾਰੀ 'ਚੋਂ ਕਢਵਾ ਲਈਆਂ। ਕਹਿੰਦੀ ਮੈਂ ਨਾ ਵਿਆਜ 'ਤੇ ਪੈਸੇ ਲਿਆ ਕੇ ਤੇ ਮੈਂ ਉੱਥੇ ਭਰਨੇ ਆ। ਹੁਣ ਮੈਂ ਉਸ ਤੋਂ ਬਾਅਦ ਮੈਂ ਕੜਾ ਵੀ ਮੰਗਦੀ ਹੁੰਦੀ ਸੀਗੀ। ਹੁਣ ਤਾਂ ਮੈਂ ਕਿੰਨੀ ਦੇਰ ਹੋ ਗਈ ਛੱਡ ਤੇ ਮੰਗਣੇ। ਮੈਂ ਮੰਗਦੀ ਸੀ ਵੀ ਮੈਨੂੰ ਦੇ ਵਾਪਸ, ਮੈਂ ਸਾਂਭ ਦੇਵਾਂ। ਤੇ ਮੈਨੂੰ ਕਹਿੰਦੀ ਹੁਣ ਤਾਂ ਗਿਆ, ਹੁਣ ਕੀ ਕਰਨਾ ਕੜਾ। ਪਤਾ ਹੀ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਬੇਟੇ ਦੇ ਜਿਹੜੇ ਆ ਵਾਲ ਕਟਾ ਦਿੱਤੇ ਜਾਂਦੇ ਆ, ਤੁਹਾਡੇ ਪੋਤਿਆਂ ਦੇ ਵਾਲ ਕਟਾ ਦਿੱਤੇ ਜਾਂਦੇ ਆ, ਪਰ ਇੱਥੇ ਗਲਤੀ ਆਪਣੀ ਨਹੀਂ ਲੱਗਦੀ ਵੀ ਆਪਾਂ ਉਹਨਾਂ ਨੂੰ ਸਹੀ ਤਰ੍ਹਾਂ ਸਮਝਾਇਆ ਨਹੀਂ, ਆਪਾਂ ਉਹਨੂੰ ਸਹੀ ਤਰ੍ਹਾਂ ਨਾਲ ਇਤਿਹਾਸ ਕੀ ਪੜ੍ਹਾਇਆ ਨਹੀਂ, ਜਾਂ ਕੀ ਚੱਕਰ ਪੈ ਗਿਆ? ਕਿਉਂਕਿ ਕੋਈ ਹੋਰ ਆ ਕੇ ਸਾਡੇ ਧਰਮ ਦੇ ਵਿੱਚ ਆਉਂਦਾ, ਸਾਡੇ ਲੋਕਾਂ ਦੇ ਧਰਮ ਬਦਲਾ ਦਿੰਦਾ, ਤਾਂ ਇਸ ਦੇ ਵਿੱਚ ਮੈਂ ਕਹਾਂਗਾ ਨੁਕਸਾਨ ਵੀ ਸਾਡਾ, ਤੇ ਕਿਤੇ ਨਾ ਕਿਤੇ ਗਲਤੀ ਵੀ ਸਾਡੀ ਲੱਗਦੀ ਵੀ ਹੈ। ਜੀ ਹੁਣ ਗਲਤੀ ਮੰਨੋ ਚਾਹੇ ਕੁਛ ਵੀ ਹੈ, ਮੇਰੇ ਸਾਹਮਣੇ ਤਾਂ ਪੱਗ ਬੰਨ੍ਹ ਕੇ ਰੱਖਦਾ ਸੀ। ਮੈਂ ਹੁਣ ਆਪਣੇ ਕਮਰੇ 'ਚ ਸੁੱਤੀ ਹੁੰਦੀ ਸੀਗੀ ਤੇ ਉਹ ਆਪਦੇ ਕਮਰੇ 'ਚੋਂ ਨਹਾ ਕੇ ਪੱਗ ਬੰਨ੍ਹ ਕੇ ਬਾਹਰ ਨਿਕਲਦਾ ਸੀ। ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਇਹਨੇ ਵਾਲ ਕਦੋਂ ਕਟਾਏ ਕਦੋਂ ਨਹੀਂ ਕਟਾਏ। ਤੇ ਜਦੋਂ ਇਹਨੇ ਆਪਣੇ ਆਪ ਹੀ ਨਾ ਫੇਸਬੁੱਕ ਤੇ ਫੋਟੋ ਪਾਤੀ ਤੇ ਫਿਰ ਜਦੋਂ ਰਿਸ਼ਤੇਦਾਰਾਂ ਦੇ ਮੈਨੂੰ ਫੋਨ ਆਉਣ ਲੱਗੇ, ਮੈਨੂੰ ਫਿਰ ਪਤਾ ਲੱਗਿਆ। ਫਿਰ ਅਸੀਂ ਇਹਨੂੰ ਬਹੁਤ ਬੋਲੇ, ਮੇਰੇ ਘਰ ਦੇ ਬੋਲੇ ਵੀ ਤੂੰ ਆਹ ਕੀ ਕੀਤਾ, ਵੀ ਹੁਣ ਇਹਨੂੰ ਵਾਲ ਰੱਖ। ਪਰ ਉਹ ਮੇਰੀ ਜਿਹੜੀ ਨੂੰਹ ਆ ਬਹੁਤ ਜਿੱਦੀ ਹੈ, ਇੰਨੀ ਜਿੱਦੀ ਹੈ ਕਿ ਹੱਦ ਤੋਂ ਵੱਧ ਜਿੱਦੀ ਹੈ ਕਿ ਕਿਸੇ ਦੀ ਉਹ ਗੱਲ ਮੰਨਦੀ ਨਹੀਂ ਹੈਗੀ। ਫਿਰ ਉਹ ਸ਼ਨੀਵਾਰ ਦੀ ਸੇਵਾ ਲੈ ਲਈ ਉਹਨੇ। ਸ਼ਨੀਵਾਰ ਸਵੇਰ ਤੋਂ ਲਾ ਕੇ ਸ਼ਾਮ ਤੱਕ, ਰਾਤ ਤੱਕ 10 ਵਜੇ ਤੱਕ ਘਰ ਆਉਣਾ। ਤੇ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਸੀ। ਫਿਰ ਉਹ ਸ਼ੁੱਕਰਵਾਰ ਵੀ ਚਲੀ ਜਾਣਾ ਵਿੱਚੋਂ ਅੱਧੀ ਦਿਹਾੜੀ, ਵੀਰਵਾਰ ਵੀ ਉਹਨੇ ਚਲ ਜਾਣਾ ਅੱਧੀ ਦਿਹਾੜੀ। ਕੋਈ ਘਰ ਦੇ ਕੰਮ ਦਾ ਉਹਨੂੰ ਕੁਝ ਪਤਾ ਨਹੀਂ ਵੀ ਕਿਹੜੇ ਵੇਲੇ ਕੋਈ ਰੋਟੀ ਖਾਣੀ, ਕਿਸੇ ਨੇ ਕਿਹੜੇ ਵੇਲੇ ਨਹੀਂ ਖਾਣੀ, ਕੁਝ ਨਹੀਂ ਉਹਨੂੰ। ਬੱਚਿਆਂ ਦਾ ਕੋਈ ਪਰਵਾਹ ਨਹੀਂ ਹੈਗਾ ਵੀ ਦਾਦੀ ਉਹਨਾਂ ਨੂੰ ਸਾਂਭੇ ਨਾ ਸਾਂਭੇ। ਤੇ ਕੋਈ ਉਹਨੂੰ ਗੱਲਾਂ ਕਿਹੋ ਜਿਹੀਆਂ ਕਰਦੇ ਸੀ? ਤੁਸੀਂ ਕਹਿੰਦੇ ਸੀਗੇ ਵੀ ਪਾਰਲਰ ਜਾਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਲਿੰਕ ਉਹਨਾਂ ਨਾਲ ਹੋਇਆ, ਤਾਂ ਕਿਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ ਵੀ ਸਾਡੇ ਧਰਮ ਦੇ ਵਿੱਚ ਆਓ, ਕੀ ਕੁਝ ਮਿਲ ਜੂਗਾ? ਉਹ ਕਹਿੰਦੇ ਸੀਗੇ ਵੀ ਸਵਰਗ 'ਚ ਜਾਵਾਂਗੇ ਜਦੋਂ ਆਪਾਂ ਮਰ ਜਾਾਂਗੇ ਨਾ, ਵੀ ਸਵਰਗ ਮਿਲੇਗਾ ਆਪਾਂ ਨੂੰ, ਵੀ ਨਰਕ ਨਹੀਂ ਮਿਲੇਗਾ, ਵੀ ਸਵਰਗ ਮਿਲੇਗਾ। ਹਾਂ, ਵੀ ਆਪਾਂ ਨੂੰ ਨਾ ਜੇ ਆਪਾਂ ਉੱਦਾਂ ਇੱਧਰ ਉੱਧਰ ਜਾਂਦੇ ਰਵਾਂਗੇ ਆਪਾਂ ਨਰਕ 'ਚ ਜਾਵਾਂਗੇ, ਜੇ ਆਪਾਂ ਚਰਚ 'ਚ ਜਾਵਾਂਗੇ ਆਪਾਂ ਸਵਰਗ 'ਚ ਜਾਵਾਂਗੇ। ਜਿੱਦਾਂ ਕਹਿੰਦੇ ਵੀ ਯਿਸੂ ਮਸੀਹ ਮਰ ਕੇ ਤੀਜੇ ਦਿਨ ਜੀ ਉੱਠਿਆ, ਲੋਪ ਹੋ ਗਿਆ, ਕਹਿੰਦੇ ਆਪਾਂ ਵੀ ਇੱਦਾਂ ਹੋ ਜਾਵਾਂਗੇ। ਵੀ ਇਸ ਤਰ੍ਹਾਂ ਉਹਨਾਂ ਨੇ ਸਾਡਾ ਦਿਮਾਗ ਜਿਹੜਾ ਉਹਨਾਂ ਨੇ ਵਾਸ਼ ਕਰਤਾ। ਤੇ ਫਿਰ ਉਸ ਤੋਂ ਬਾਅਦ ਸਾਲ ਡੇਢ ਸਾਲ ਬਾਅਦ ਚਰਚ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਪੈਸੇ ਪੂਸੇ ਵਾਲੇ ਹੈਗੇ ਆ, ਉਹਨਾਂ ਨੇ ਸਾਡੇ ਤੇ ਪੈਸੇ ਲਾਣੇ ਸ਼ੁਰੂ ਕਰਤੇ। ਫਿਰ ਉਹਨਾਂ ਨੇ ਧਮਕੀ ਮੇਰੀ ਨੂੰਹ ਨੇ ਦਿੱਤੀ ਵੀ ਜੇ ਨਹੀਂ ਦਿਓਗੇ ਪੈਸੇ ਤਾਂ ਤੁਹਾਨੂੰ ਮਾਰ ਦੇਣਗੇ। ਅੱਛਾ, ਧਮਕੀਆਂ ਦਿੱਤੀਆਂ ਜਾਂਦੀਆਂ ਸੀ ਸਪੈਸ਼ਲੀ? ਹਾਂਜੀ, ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀ ਤੁਹਾਨੂੰ ਮਾਰ ਦੇਣਗੇ। ਇੱਕ ਹੋਰ ਮੈਂ ਗੱਲ ਪੁੱਛਣਾ ਚਾਹਾਂਗਾ, ਜਿਵੇਂ ਸਿੱਖ ਧਰਮ ਦੇ ਵਿੱਚ ਜੇ ਕੋਈ ਬਿਲੋਂਗ ਕਰਦਾ ਹੈ ਤਾਂ ਘਰ 'ਚ ਪਾਠ ਪੂਜਾ ਵੀ ਹੁੰਦੀ ਆ। ਕਦੇ ਤੁਸੀਂ ਪਾਠ ਪੂਜਾ ਕਰਾਈ ਹੋਵੇ, ਕੀਰਤਨ ਕਰਾਇਆ ਹੋਵੇ, ਤਾਂ ਉਸ ਸਮੇਂ ਇਹ ਜਿਹੜੇ ਨੇ ਪਾਠ ਲੈਂਦੇ ਸੀ, ਆਉਂਦੇ ਸੀ ਕਿ ਨਹੀਂ ਆਉਂਦੇ ਸੀ? ਇਹ ਜਿੱਦਾਂ ਮੇਰਾ ਛੋਟਾ ਬੇਟਾ ਕਰਾਉਂਦਾ ਆ, ਅਜੇ ਹੁਣ ਅਜੇ 15-20 ਦਿਨ ਹੋਏ ਨੇ ਮੇਰੇ ਛੋਟੇ ਬੇਟੇ ਨੇ ਕਰਵਾਇਆ ਆ। ਤੇ ਮੈਂ ਤੇ ਗਈ ਸੀਗੀ
ਤੇ ਪਰ ਉਹ ਨਹੀਂ ਗਈ, ਉਹ ਘਰੋਂ ਹੀ ਚਲੀ ਗਈ, ਉੱਥੇ ਚਰਚ ਹੀ ਚਲੀ ਗਈ, ਆਪਣੇ ਮੇਰੇ ਬੇਟੇ ਨੂੰ ਲੈ ਕੇ, ਮੇਰੇ ਪੋਤਿਆਂ ਨੂੰ ਲੈ ਕੇ ਚਲੀ ਗਈ, ਘਰੋਂ ਹੀ ਚਲੀ ਗਈ ਉਹ। ਤੇ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਕਰਵਾਇਆ ਤਾਂ ਵੀ ਚਲੋ ਉਸ ਦਿਨ ਘਰੇ ਰਹੀ ਸੀ, ਪਰ ਉਹ ਵਿੱਚ ਨਹੀਂ ਆ ਕੇ ਖੜੀ ਸੀਗੀ। ਘਰ ਦੇ ਜੇ ਘਰੇ ਪਾਠ ਪੂਜਾ ਵੀ ਹੋਣੀ ਤਾਂ ਪਾਠ ਨਹੀਂ ਲੈਣਾ ਬਿਲਕੁਲ ਵੀ, ਉਹਦੇ ਵਿੱਚ ਨਹੀਂ ਆਣਾ ਵੀ, ਕੀਰਤਨ ਵੀ ਹੋਣਾ ਤਾਂ ਨਹੀਂ ਆਣਾ ਉਹਦੇ। ਨਹੀਂ ਆਣਾ ਵੀ, ਕਹਿੰਦੇ ਵੀ ਪ੍ਰਸ਼ਾਦ ਵੀ ਨਹੀਂ ਲੈਣਾ ਹੈਗਾ, ਪ੍ਰਸ਼ਾਦ ਵੀ ਨਹੀਂ ਲੈਣਾ, ਲੰਗਰ ਵੀ ਨਹੀਂ ਖਾਣਾ ਵੀ, ਕਿਸੇ ਦੇ ਆਪਾਂ ਰਿਸ਼ਤੇਦਾਰੀ 'ਚ ਕਿਸੇ ਨੇ ਅਖੰਡ ਪਾਠ ਰਖਾਣਾ ਉੱਥੇ ਵੀ ਨਹੀਂ ਜਾਣਾ ਹੈਗਾ ਵੀ, ਕਿਸੇ ਖਾਣਾ ਨਹੀਂ ਹੈਗਾ ਉੱਥੇ ਜਾ ਕੇ ਕੁਛ ਵੀ ਜਾਂ ਕਿਸੇ ਦੇ ਕੋਈ ਮਰਗ ਤੇ ਭੋਗ ਤੇ ਚਲੇ ਜਾਈਦਾ, ਉੱਥੇ ਵੀ ਨਹੀਂ ਕੁਝ ਖਾਣਾ ਹੈਗਾ। ਵਿਆਹ ਤੋਂ ਪਹਿਲਾਂ ਵੀ ਝੁਕਾਵ ਇਸ ਤਰਫ ਸੀਗਾ ਕਿ ਨਹੀਂ ਸੀਗਾ? ਉਸ ਤੋਂ ਪਹਿਲਾਂ ਤਾਂ ਇੰਨਾ ਪਾਠ ਕਰਦੀ ਸੀ, ਸਵੇਰੇ ਪੌਣੇ 4 ਵਜੇ ਉੱਠ ਕੇ ਪਾਠ ਕਰਦੀ ਸੀਗੀ, ਸੁਖਮਨੀ ਸਾਹਿਬ ਦਾ ਰੋਜ਼ ਡੇਲੀ ਸਿਰ ਨਹਾ ਕੇ ਪਾਠ ਕਰਦੀ ਸੀਗੀ। ਤੇ ਇੱਕਦਮ ਕਿੱਦਾਂ ਇਹੋ ਜਿਹਾ? ਉਹ ਜਿਹੜੀ ਉਹ ਸੀਗੀ ਪਾਰਲਰ ਵਾਲੀ, ਉਹ ਰੋਜ਼ ਉਹਨੇ ਕਦੇ ਇਹਨੂੰ ਉੱਧਰ ਸੱਦ ਲੈਣਾ ਫੋਨ ਕਰਕੇ, ਕਦੇ ਇਹਨੇ ਉੱਧਰ ਜਾ ਕੇ ਬਹਿ ਜਾਣਾ, ਕਦੇ ਉਹਨੇ ਇੱਧਰ ਸਾਡੇ ਕਨੀ ਆ ਕੇ ਬਹਿ ਜਾਣਾ। ਬਸ ਉਹਦਾ ਦਿਮਾਗ ਨਾ ਜਾਣੀ ਕਿ ਉਹ ਕਰਤਾ ਫੜ ਕੇ। ਪਾਰਲਰ ਜਾਣ ਤੋਂ ਤੁਸੀਂ ਕਦੇ ਪਹਿਲਾਂ ਮਨਾ ਨਹੀਂ ਕੀਤਾ ਸੀਗਾ ਵੀ ਹਾਂ? ਪਾਰਲਰ ਤਾਂ ਚਲੋ ਉਹ ਥਰੈਡਿੰਗ ਕਰਾਉਣ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੁੜੀਆਂ ਚਲੇ ਜਾਂਦੀਆਂ ਨੇ, ਤੇ ਪਾਰਲਰ ਤੋਂ ਤਾਂ ਮੈਂ ਕਦੇ ਮਨਾ ਨਹੀਂ ਕੀਤਾ ਸੀਗਾ ਵੀ, ਚਲੀ ਜਾਂਦੀ ਸੀਗੀ ਪਹਿਲਾਂ ਤੋਂ ਹੀ। ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਹਾਂ ਪਾਰਲਰ ਵਾਲੀ ਦੇ ਲਿੰਕ 'ਚ ਹੀ ਆ ਸਭ ਕੁਝ ਹੋ ਰਿਹਾ? ਤੁਸੀਂ ਇਲਜ਼ਾਮ ਲਾ ਰਹੇ ਹੋ, ਵੱਡੇ ਇਲਜ਼ਾਮ ਲਾ ਰਹੇ ਹੋ। ਤੁਹਾਨੂੰ ਕਿੱਦਾਂ? ਪਾਰਲਰ ਵਾਲੀ ਖੁਦ ਸਾਡੇ ਘਰੇ ਆ ਕੇ, ਮੈਂ ਵੀ ਕੋਲ ਬੈਠੀ ਹੁੰਦੀ ਸੀ ਜਦੋਂ ਗੱਲਾਂ ਦੱਸਦੀ ਸੀ, ਜਦੋਂ ਗੱਲਾਂ ਦੱਸਦੀ ਸੀ ਨਾ ਮੈਂ ਵੀ ਕੋਲ ਹੀ ਬੈਠੀ ਹੁੰਦੀ ਸੀ, ਘਰ 'ਚ ਹੀ ਹੁੰਦੀ ਸੀ ਮੈਂ ਵੀ। ਉਦੋਂ ਕਦੇ ਮਨਾ ਨਹੀਂ ਕੀਤਾ ਵੀ ਇਹੋ ਜਿਹੀਆਂ ਗੱਲਾਂ? ਮਨਾ ਮੈਂ ਕਰਦੀ ਸੀ ਵੀ ਅਸੀਂ ਨਹੀਂ ਜਾਣਾ ਹੈਗਾ। ਕਹਿੰਦੀ ਨਹੀਂ ਆਂਟੀ ਤੁਹਾਨੂੰ ਪਤਾ ਨਹੀਂ ਹੈਗਾ, ਤੁਸੀਂ ਅਨਪੜ੍ਹ ਹੋ, ਤੁਹਾਨੂੰ ਨਹੀਂ ਪਤਾ ਹੈਗਾ ਕੁਛ ਇਸ ਬਾਰੇ, ਤੇ ਸਭ ਕੁਝ ਉੱਥੇ ਹੀ ਆ, ਸਭ ਕੁਝ ਉੱਥੇ ਹੀ ਆ, ਹੋਰ ਕਿਤੇ ਕੁਝ ਹੈ ਹੀ ਨਹੀਂ। ਨਹੀਂ ਤਾਂ ਨਰਕ 'ਚ ਜਾਓਗੇ, ਜੇ ਸਵਰਗ 'ਚ ਜਾਣਾ ਆ ਤੇ ਤੁਹਾਨੂੰ ਰਾਹ ਤੇ ਤੁਰਨਾ ਹੀ ਪੈਣਾ ਆ। ਬਸ ਉਹ ਜਿੱਦਾਂ ਇੱਕਦਮ ਮੇਰੇ ਨੂੰਹ ਦਾ ਤਾਂ ਜਾਂਦਾ ਵੀ ਤੁਸੀਂ ਸਾਰੇ ਨਰਕ 'ਚ ਜਾਓਗੇ। ਮੂੰਹ ਤੇ ਕਹਿ ਸੀ ਵੀ ਨਰਕ 'ਚ ਬੰਦਾ ਜਾਂਦਾ ਹੈ, ਸਵਰਗ 'ਚ ਤਾਂ ਬੰਦਾ ਜਾਂਦਾ ਹੀ ਨਹੀਂ ਹੈਗਾ। ਜੀ ਤੁਹਾਡਾ ਬਹੁਤ ਪ੍ਰਧਾਨ ਸਾਹਿਬ ਦੱਸੋਗੇ ਵੀ ਕੀ ਮਸਲਾ ਕੀ ਆ ਅਸਲ ਦੇ ਵਿੱਚ, ਕੀ ਇਹਨਾਂ ਦੇ ਪਰਿਵਾਰ ਨਾਲ ਹੋਇਆ, ਉਸ ਦੇ ਬਾਰੇ ਜਾਣਕਾਰੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਸਰਦਾਰ ਗੁਰਦੇਵ ਸਿੰਘ ਜੀ, ਇਹਨਾਂ ਦੇ ਬੱਚਿਆਂ ਦਾ ਜੋ ਸਿੱਖ ਧਰਮ ਦੇ ਵਿੱਚੋਂ ਕੁਝ ਬੱਚੇ ਤੇ ਇਹਨਾਂ ਦੀ ਧਰਮ ਪਤਨੀ, ਕੀ ਨਾਮ ਬੀਬੀ ਤੁਹਾਡਾ? ਸੁਖਵਿੰਦਰ ਕੌਰ, ਇਹ ਈਸਾਈ ਧਰਮ 'ਚ ਗ੍ਰਹਿਣ ਕਰ ਲਿਆ ਸੀਗਾ ਇਹਨਾਂ ਨੇ। ਮੈਨੂੰ ਅੱਜ ਹੀ ਦੱਸਿਆ ਆ ਕੇ ਇਹਨਾਂ ਨੇ ਵੀ ਮੈਂ ਈਸਾਈ ਧਰਮ 'ਚ ਚਲੀ ਗਈ ਸੀ, ਪਰ ਮੇਰਾ ਗੁਰੂ ਸਾਹਿਬ ਦੇ ਪੂਰਨ ਵਿਸ਼ਵਾਸ ਸੀਗਾ, ਪਰ ਮੇਰੀ ਕੋਈ ਗਲਤੀ ਹੋਈ ਆ, ਮੈਂ ਵਾਪਸ ਆਪਣੇ ਘਰ ਪਰਤਾ ਹੀ ਆ। ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਜੇ ਇਹ ਆਪਣੇ ਘਰ ਵਾਪਸੀ ਕਰਦੀ ਹੈ ਤਾਂ ਅਸੀਂ ਇਹਦਾ ਧੰਨਵਾਦ ਕਰਦੇ ਹਾਂ, ਔਰ ਇਹਨਾਂ ਦੇ ਬੱਚਿਆਂ ਨੂੰ ਵੀ ਅਪੀਲ ਕਰਾਂਗੇ ਵੀ ਤੁਸੀਂ ਵੀ ਆਪਣੇ ਘਰ ਵਾਪਸੀ ਕਰੋ। ਗੁਰਦੇਵ ਸਿੰਘ ਇੱਕ ਨਿਹਾਇਤ ਸ਼ਰੀਫ ਇਨਸਾਨ ਹੈ। ਕਿਸੇ ਕਾਰਨ ਇਹ ਇਹਨਾਂ ਦੇ ਆਪਸ ਵਿੱਚ ਅਣਬਣ ਹੋ ਗਈ ਸੀ, ਇਹ ਚਲੀ ਗਈ ਸੀ ਦੂਜੇ ਧਰਮ 'ਚ, ਪਰ ਪਰਮਾਤਮਾ ਨੇ ਇਹਦੇ ਸਿਰ 'ਤੇ ਹੱਥ ਰੱਖ ਕੇ ਇਹਨੂੰ ਵਾਪਸ ਮੋੜਿਆ। ਮੈਂ ਇਹਨਾਂ ਦਾ ਇੱਥੇ ਆਉਣ 'ਤੇ ਜੀ ਆਇਆਂ ਕਹਿਣਾ, ਔਰ ਇਹਨਾਂ ਦਾ ਧੰਨਵਾਦ ਵੀ ਕਰਦਾ। ਪ੍ਰਧਾਨ ਜੀ, ਇਹ ਪਰਿਵਰਤਨ ਜਿਹੜਾ ਹੈ ਜਬਰਨ ਕਰਾਇਆ ਗਿਆ ਕਿ ਆਪਣੇ ਆਪ ਗਏ ਸੀ? ਇਹ ਤਾਂ ਇਹ ਦੱਸਣਗੇ, ਮੈਨੂੰ ਤਾਂ ਪਤਾ ਹੀ ਨਹੀਂ ਹੈਗਾ, ਇਹ ਤਾਂ ਇਹੀ ਦੱਸ ਸਕਦੇ। ਬੀਬੀ ਦੱਸੋ। ਕੀਤਾ ਤੁਸੀਂ ਉਸ ਪਾਸੇ ਗਏ ਹੋ, ਤੁਹਾਨੂੰ ਕੋਈ ਕਿਹਾ ਗਿਆ ਸੀ, ਜਬਰਨ ਕਰਾਇਆ ਗਿਆ ਸੀ, ਤੁਸੀਂ ਆਪ ਗਏ ਸੀ, ਕਿਹੋ ਜਿਹੀਆਂ ਗੱਲਾਂ ਸੁਣ ਕੇ ਗਏ? ਮੈਂ ਤਾਂ ਕ੍ਰਿਸ਼ਨ ਬਾਰੇ ਕਦੇ ਨਾ ਕੁਝ ਮੈਨੂੰ ਪਤਾ ਹੀ ਨਹੀਂ ਸੀ ਵੀ ਕ੍ਰਿਸ਼ਨ ਹੁੰਦੇ ਕੀ ਨੇ। ਸਾਡੀ ਗਲੀ ਦੇ ਵਿੱਚ ਸੋਨੀ ਆਇਆ, ਪਾਰਲਰ ਦਾ ਕੰਮ ਕਰਦੀ ਸੀ, ਤੇ ਮੇਰੀ ਨੂੰਹ ਉਹਦੇ ਕੋਲ ਜਾਂਦੀ ਸੀ, ਉਹਨੂੰ ਕਰਤਾ ਵੀ ਜਾਣੀ ਕਿ ਉਸ ਪਾਸੇ ਨੂੰ ਗੁੰਮਰਾਹ ਕੀਤਾ। ਮੇਰੀ ਨੂੰਹ ਨੇ ਮੈਨੂੰ ਕਰਤਾ, ਮੇਰੇ ਬੇਟੇ ਨੂੰ ਕਰਤਾ, ਮੇਰੇ ਬੇਟੇ ਦੇ ਵਾਲ ਕਟਵਾਤੇ, ਮੇਰੇ ਪੋਤਿਆਂ ਦੇ ਵਾਲ ਕਟਵਾਤੇ। ਸਾਡੇ ਤੋਂ ਫਿਰ ਉਹਨਾਂ ਨੇ ਚਰਚ ਵਾਲਿਆਂ ਨੇ ਪੈਸੇ ਲੈਣੇ ਸ਼ੁਰੂ ਕਰਤੇ ਵੀ ਇੰਨੇ ਦੇ ਦਿਓ, ਇੰਨੇ ਦੇ ਦਿਓ। 50,000 ਇੱਕ ਵਾਰੀ ਲੈ ਲਿਆ, 10,000 ਇੱਕ ਵਾਰੀ ਲੈ ਲਿਆ, 50,000 ਫਿਰ ਇੱਕ ਵਾਰੀ ਲੈ ਲਿਆ। ਵਾਪਸੀ ਕਿਸ ਤਰੀਕੇ ਨਾਲ ਹੋਈ, ਕਿਉਂਕਿ ਇਹ ਗੱਲਾਂ ਤੁਸੀਂ ਸਾਰਿਆਂ ਨੂੰ ਦੱਸ ਚੁੱਕੇ ਹੋ, ਵਾਪਸੀ ਕਿਸ ਤਰੀਕੇ? ਵਾਪਸੀ ਇਸ ਤਰੀਕੇ ਨਾਲ ਹੋਈ ਕਿ ਮੇਰੀ ਜਿਹੜੀ ਨੂੰਹ ਆ ਵੀਰਵਾਰ ਘਰੋਂ ਗਈ, ਸ਼ੁੱਕਰਵਾਰ ਵੀ ਉੱਥੇ ਰਹੀ,
ਵੀਰਵਾਰ ਵੀ ਰਹੀ, ਸ਼ੁੱਕਰਵਾਰ ਵੀ ਰਹੀ, ਸ਼ਨੀਵਾਰ ਰਾਤ ਨੂੰ ਘਰ ਆਈ 10 ਵਜੇ ਤੇ ਮੈਨੂੰ ਉਸ ਤੋਂ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਆਪਣੀ ਨੂੰਹ ਤੋਂ। ਇੰਨੀ ਕਿ ਨਫ਼ਰਤ ਹੋ ਗਈ ਕਿ ਹੁਣ ਮਹੀਨਾ ਹੁੰਦਾ ਪਿਆ ਆ, ਮੈਂ ਉਹਦੇ ਅੱਖਾਂ 'ਚ ਅੱਖਾਂ ਪਾ ਕੇ ਉਹਦੀ ਸ਼ਕਲ ਤੱਕ ਨਹੀਂ ਮੈਂ ਦੇਖੀ ਹੈਗੀ, ਉਹਦੇ ਕਦੀ ਮੈਂ ਮੂੰਹ ਤੱਕ ਨਹੀਂ ਕੀਤਾ ਹੈਗਾ, ਨਾ ਉਹਦੇ ਹੱਥ ਦਾ ਇੱਕ ਘੁੱਟ ਪਾਣੀ ਪੀਤਾ। ਮੈਂ ਆਪਣੀ ਛੋਟੀ ਨੂੰਹ ਦੇ ਕੋਲ ਚਲੀ ਗਈ ਤੇ ਉਹਦੇ ਕਮਰੇ 'ਚ ਰਹਿ ਰਹੀ ਹਾਂ, ਉਹਦੇ ਕਮਰੇ 'ਚ ਮੈਂ ਰੋਟੀ ਪਾਣੀ ਖਾਣੀ ਪਈ ਆ ਤੇ ਮੈਂ ਆਪਣੀ ਨੂੰਹ ਦੀ ਸ਼ਕਲ ਨਹੀਂ ਦੇਖੀ ਹੈਗੀ ਵੀ ਮੇਰੀ ਨੂੰਹ 3 ਦਿਨ ਬਾਹਰ ਘਰੋਂ ਰਹਿ ਕੇ ਆ ਜਾਵੇ ਤੇ ਉਹਦਾ ਤੁਸੀਂ ਹਿਸਾਬ ਲਾ ਲਓ ਵੀ ਕੀ। ਮਾਤਾ ਜੀ ਇਹ ਗੱਲ ਤਾਂ ਨਹੀਂ ਤੁਹਾਡੇ ਪਰਿਵਾਰ ਦੇ ਆਪਸੀ ਮਸਲੇ ਨੇ ਤੇ ਧਰਮ ਵਿੱਚ ਲਿਆਂਦਾ ਜਾ ਰਿਹਾ ਨਹੀਂ ਨਹੀਂ ਲੱਗਦਾ, ਕਿਉਂਕਿ ਤੁਸੀਂ ਕਈ ਨਹੀਂ ਗੱਲਾਂ ਦੇਖੋ ਪਰਿਵਾਰ ਦਾ ਆਪਸੀ ਮਸਲਾ ਕੁਝ ਨਹੀਂ ਹੈਗਾ, ਠੀਕ ਹੈ। ਧਰਮ ਦਾ ਹੀ ਮਸਲਾ ਦੇਖੋ, ਕੋਈ ਵੀ ਬੰਦਾ ਨਹੀਂ ਬਰਦਾਸ਼ਤ ਕਰੇਗਾ ਕਿ ਮਤਲਬ ਕਿਸੇ ਵੀ ਆਪਾਂ ਧਰਮ 'ਚ ਜਾਂਦੇ ਆ, ਠੀਕ ਹੈ। ਆਪਾਂ ਸਵੇਰੇ ਜਾਂਦੇ ਆ, ਮੱਥਾ ਟੇਕਦੇ ਆ ਤੇ ਮੱਥਾ ਟੇਕ ਕੇ ਅਸੀਂ ਵਾਪਸ ਆ ਜਾਂਦੇ ਆ ਤੇ ਇਹ ਨਹੀਂ ਹੁੰਦਾ ਕਿ 3 ਦਿਨ ਅਸੀਂ ਕਿਤੇ ਹੋਰ ਰਹੀਏ ਤੇ 4 ਦਿਨ ਅਸੀਂ ਆਪਣੇ ਘਰੇ ਰਹੀਏ, ਠੀਕ ਹੈ ਜੀ। ਇਹ ਤਾਂ ਕੋਈ ਵੀ ਪਰਿਵਾਰ ਦਾ ਜਾਂ ਘਰ ਦੇ ਮਾਤਾ ਪਿਤਾ ਇਹੀ ਸਮਝਾਣਗੇ, ਤੁਸੀਂ ਜਾਂਦੇ ਹੋ ਜਿੱਥੇ ਤੁਸੀਂ ਸਵੇਰੇ ਜਾਓ, ਮੱਥਾ ਟੇਕੋ ਤੇ ਵਾਪਸ ਆ ਜਾਓ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਉਹ ਪੈਸੇ ਹੀ ਇੰਨੇ ਮੰਗਣ ਲੱਗ ਗਏ ਵੀ ਮਾਤਾ ਜੀ ਦੇ ਮਤਲਬ ਕਿ ਤੁਸੀਂ ਦੇਖ ਲਓ, ਉਹਨਾਂ ਨੂੰ ਇੰਨਾ ਪ੍ਰੈਸ਼ਰਾਈਜ਼ ਕਰਤਾ ਕਿ ਇਹਨਾਂ ਨੂੰ ਮੇਰੀ ਭਾਬੀ ਨੇ ਕਿ ਤੁਸੀਂ ਪੈਸੇ ਦੇਣੇ ਇਹਨਾਂ ਨੂੰ ਕਿੱਦਾਂ ਵੀ ਕਰਕੇ ਦਿਓ। ਇਹਨਾਂ ਕੋਲ ਟੋਪਸ ਸੀਗੇ, ਉਹ ਵਾਲੀਆਂ ਸੀਗੀਆਂ, ਵਾਲੀਆਂ ਸੁਨਿਆਰੇ ਨੂੰ ਵੇਚ ਕੇ ਤੇ ਉਹ ਵਿਕੀਆਂ 14,000 ਰੁਪਏ ਦੀਆਂ, ਤੇ 14,000 ਦੀ ਵਿਕੀਆਂ। ਕੁਝ ਪੈਸੇ ਕੋਲੋਂ ਪਾਏ ਤਾਂ ਵੀ ਇਹਨਾਂ ਨੇ 25,000 ਦੀ ਡਿਮਾਂਡ ਕੀਤੀ ਸੀਗੀ ਵੀ 25,000 ਸਾਨੂੰ ਚਾਹੀਦਾ ਸੇਵਾ ਦੇ ਰੂਪ ਦੇ ਵਿੱਚ। ਕਿਤੇ ਭਾਬੀ ਸਾਡੀ ਕਹਿੰਦੀ ਤੱਕ ਤੁਸੀਂ ਦੇਣਾ ਜਿੱਦਾਂ ਮਰਜ਼ੀ ਦੇਣਾ, ਫਿਰ ਵੀ ਇਕੱਠਾ ਹੋ ਕੇ ਸਿਰਫ 23,000 ਰੁਪਏ ਇਹਨਾਂ ਕੋਲ ਇਕੱਠਾ ਹੋਇਆ ਤੇ 23,000 ਇਹਨਾਂ ਨੇ ਦਿੱਤਾ, ਠੀਕ ਹੈ। ਜਿੱਥੇ ਮਾਪਿਓ ਜਿਹਦੇ ਬੱਚੇ ਕੋਲ ਰਹਿੰਦਾ ਹੋਵੇ ਜਾਂ ਜਿਹਦੇ ਕੋਲ ਰਹਿੰਦਾ ਹੋਵੇ ਉਹਦੀ ਸੁਣਨੀਓ ਪੈਂਦੀ ਉਹਨੂੰ, ਠੀਕ ਹੈ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਇਹ ਗਲਤ ਆ। ਅਸੀਂ ਵੀ ਬਹੁਤ ਵਾਰ ਸਮਝਾਇਆ, ਭਰਾ ਸਾਡਾ ਹੈਗਾ ਥੋੜਾ ਸ਼ਰੀਫ, ਠੀਕ ਹੈ, ਤੇ ਭਾਬੀ ਹੈਗੀ ਥੋੜੀ ਜੀ ਤੇਜ਼, ਠੀਕ ਹੈ। ਉਹ ਉਧਰ ਹੀ ਜਾਂਦੇ ਨੇ, ਠੀਕ ਹੈ। ਅਸੀਂ ਉਹਨਾਂ ਨੂੰ ਕਈ ਵਾਰ ਸਮਝਾਇਆ, ਉਹਨਾਂ ਨੇ ਮੈਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੀ ਵਾਈਫ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਤੇ ਸਾਡੇ ਧਰਮ ਦੇ ਵਿੱਚ ਜੀ ਸਾਡੇ ਜਿਹੜੇ ਵੀ ਹਿੰਦੂ ਜਾਂ ਧਰਮ ਆ ਜਾਂ ਸਿੱਖ ਧਰਮ ਆ, ਉਹਨਾਂ ਨੂੰ ਇਹ ਸ਼ੈਤਾਨ ਦੱਸਦੇ ਨੇ ਤੇ ਇਹ ਉਸਤੇ ਆਪਣੇ ਉਹਨਾਂ ਨੂੰ ਸਹੀ ਬੋਲਦੇ ਨੇ। ਅਸੀਂ ਕਹਿੰਦੇ ਆ ਅਸੀਂ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਦਾ ਸਤਿਕਾਰ ਕਰੋ, ਪਰ ਆਪਣੇ ਆਪਣੇ ਧਰਮ ਦੇ ਵਿੱਚ ਰਹੋ। ਅਸੀਂ ਇਹ ਨਹੀਂ ਕਹਿੰਦੇ ਤੁਸੀਂ ਦੂਜੇ ਨਹੀਂ ਹੁੰਦਾ ਕਰੋ। ਇਹ ਲੋਕ ਈਸਾਈ ਧਰਮ ਵਾਲੇ ਸਾਡੇ ਧਰਮ ਬਰਖਲਾਫ ਬੋਲਦੇ ਨੇ, ਹਿੰਦੂ ਧਰਮ ਬਾਰੇ ਬਰਖਲਾਫ ਬੋਲਦੇ, ਸਾਰੇ ਧਰਮਾਂ ਬਾਰੇ ਬਰਖਲਾਫ ਬੋਲਦੇ। ਇਹ ਸਾਰੀ ਚੀਜ਼ ਗਲਤ ਆ। ਉੱਥੇ ਰਾਹੁਲ ਪਾਸਟਰ ਇੱਕ ਤੇ ਉਹਨਾਂ ਦੇ ਮਾਤਾ ਜੀ, ਉਹਨਾਂ ਨੇ ਇੰਨਾ ਕੁ ਗੁੰਮਰਾਹ ਕੀਤਾ ਕਿ ਮਤਲਬ ਕਿ ਹੁਣ ਕਹਿੰਦੇ ਜੇ ਤੁਹਾਨੂੰ ਧਰਮ ਵਾਲੇ ਰੋਕਦੇ ਨੇ ਮੰਮੀ ਡੈਡੀ, ਠੀਕ ਹੈ ਨਾ, ਪਰਿਵਾਰ ਵਾਲੇ, ਤੇ ਉਹਨਾਂ ਨੇ ਇੱਕ ਝੂਠੀ ਉਹ ਬਣਾਈ ਦਰਖਾਸਤ ਦਿੱਤੀ ਕਿ ਮੈਨੂੰ ਮੇਰਾ ਸਹੁਰਾ ਤੇ ਮੇਰਾ ਦਿਓਰ ਨੇ ਮੈਨੂੰ ਕੁੱਟਿਆ ਮਾਰਿਆ ਵਾ, ਠੀਕ ਹੈ ਜੀ। ਉਹਦਾ ਮੁਲਾਜ਼ਾ ਤੱਕ ਕਰਾ ਕੇ ਆਏ ਨੇ ਵੀ ਮੈਨੂੰ ਕੁੱਟਿਆ ਮਾਰਿਆ, ਝੂਠਾ ਆਪਣੇ ਨੂੰਹ ਨੂੰ ਮਾਰ ਕੇ ਆਪਣੇ ਆਪ ਹੀ। ਤੇ ਇਹ ਚੀਜ਼ਾਂ ਹੁਣ ਜ਼ਰੂਰਤ ਤੋਂ ਜ਼ਿਆਦਾ ਵੱਧ ਗਈਆਂ ਨੇ। ਅਸੀਂ ਤਾਂ ਹੀ ਹੁਣ ਤੁਹਾਨੂੰ ਮੀਡੀਆ ਸਾਹਮਣੇ ਆਏ ਆ ਵੀ ਮਤਲਬ ਕਿ ਸਾਡੇ ਨਾਲ ਬਹੁਤ ਹੀ ਜ਼ਿਆਦਾ ਧੱਕਾ ਹੋ ਰਿਹਾ ਤੇ ਰਾਹੁਲ ਪਾਸਟਰ ਤੇ ਬਿਨਾ ਉਤੇ ਜਿਹੜੀ ਹੈਗੀ ਆ ਉਹਨਾਂ ਦੇ ਮਾਤਾ ਜੀ, ਠੀਕ ਹੈ, ਉਹਨਾਂ ਤੇ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇ। ਤਾਂ ਜਿਵੇਂ ਕਿ ਹੁਣ ਇਸ ਪਰਿਵਾਰ ਨਾਲ ਗੱਲਬਾਤ ਕਰਕੇ ਹਟੇ ਆ, ਵੱਡੇ ਇਲਜ਼ਾਮ ਜਿਹੜੇ ਨੇ ਇਹਨਾਂ ਨੇ ਆਪਣੇ ਹੀ ਪਰਿਵਾਰ ਦੇ ਉੱਤੇ ਦੀ ਲਾਏ ਆ ਤੇ ਹੋਰ ਵੀ ਇਹਨਾਂ ਨੇ ਇਲਜ਼ਾਮ ਲਗਾਏ ਨੇ। ਇਹ ਗੱਲ ਕਹੀ ਆ ਵੀ ਧਰਮ ਪਰਿਵਰਤਨ ਜਿਹੜਾ ਇਹਨਾਂ ਦੀ ਨੂੰਹ ਦਾ ਕਰਾ ਦਿੱਤਾ ਜਾਂਦਾ। ਸੋ ਤੁਸੀਂ ਜੋ ਹੈ ਸਭ ਕੁਝ ਸੁਣ ਹੀ ਲਿਆ ਹੈਗਾ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਅਮਿਤ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।